ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੀ 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 ਸਭਨਾ ਮਰਨਾ ਆਇਆ ਸਭਨਾ ਮਰਨਾ ਆਇਆ ਸਭਨਾ ਮਰਨਾ ਆਇਆ ਸਭਨਾ ਮਰਨਾ ਆਇਆ ਵਿਛੋੜਾ ਸਭਨਾ 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 ਪੁੱਛੋ ਜਾਏ ਸਿਆਣਿਆ 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 ਅੱਗੇ ਮਿਲਣ ਕਿਨਾ 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 ਚਿੰਤਾ ਤਾਂ ਕੀ ਕੀਜੀਏ ਚਿੰਤਾ ਤਾਂ ਕੀ ਕੀਜੀਏ ਚਿੰਤਾ ਤਾਂ ਕੀ ਕੀਜੀਏ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਜੋ ਅਨਹੋਣੀ ਹੋਏ ਜੋ ਅਣਹੋਣੀ ਹੋਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਇਹ ਮਾਰਗ ਸੰਸਾਰ ਕੋ ਇਹ ਮਾਰਗ ਸੰਸਾਰ ਕੋ ਇਹ ਮਾਰਗ ਸੰਸਾਰ ਨਾਨਕ ਥਿਰ ਨਹੀਂ ਕੋਏ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੀ 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 ਵਾਹਿਗੁਰੂ 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 ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ
जेहा चीरी लिखिया तेहा हुक्म कमाए। जेहा चीरी लिखिया तेहा हुक्म कमाहे। जेहा चीरी लिखिया तेहा हुक्म कमाहे। जेहा चीरी लिखिया तेहा हुक्म कमाहे। कल आवे नानका, कल आवे नानका, सत्य उठी जाहे। जेहा तेरे लिखिया तेहा हुक्म कमाहे। जेहा तेरे लिखिया तेहा हुक्म कमाहे। कल आवे नानका, कल आवे नानका, सत्य उठी जाहे। जेहा तेरे लिखिया तेहा हुक्म कमाहे। जेहा तेरे लिखिया तेहा हुक्म कमाहे। तिस सो कैसा बोलना जे आपे जाने जान। तिस सो कैसा बोलना जे आपे जाने जान। चीरी जाकी ना फिरै साहिब सो परवान। चीरी जाकी ना फिरै साहिब सो परवान। साहिब सो परवान, साहिब सो परवान। जेहा तेरे लिखिया तेहा हुक्म कमाहे। जेहा तेरे लिखिया तेहा हुक्म कमाहे। कल आवे नानका, कल आवे नानका, सत्य उठी जाहे। जेहा तेरे लिखिया तेहा हुक्म कमाहे। जेहा तेरे लिखिया तेहा हुक्म कमाहे।
चीर जिसकी चलना मीर मलक साला जो तिस पावै नानका साई पलीकार जो तिस पावै नानका साई पलीकार साई पलीकार साई पलीकार जेहा चीर लिखिया तेहा हुक्म कमाए जेहा चीर लिखिया तेहा हुक्म कमाए कल आवे नानका कल आवे नानका सत उठी जाहे जेहा चिर लिखिया तेहा हुक्म कमाहे जेहा चिर लिखिया तेहा हुक्म कमाहे जिन्ना चीरी चलना हाथ तना किश ना है जिन्ना चीरी चलना हाथ तना किश ना है साहिब का फरमान होए उठी कर ले पाहे साहिब का फरमान होए उठी कर ले पाहे उठी कर ले पाहे उठी कर ले पाहे जेहा चिर लिखिया तेहा हुक्म कमाहे जेहा चिर लिखिया तेहा हुक्म कमाहे कल आवे नानका कल आवे नानका कल आवे नानका सत्य उठी जाहे जेहा चिर लिखिया तेहा हुक्म कमाहे जेहा चिर लिखिया तेहा हुक्म कमाहे जेहा चिर लिखिया तेहा हुक्म कमाहे तेहा हुक्म कमाहे तेहा हुक्म कमाहे
ਧੰਨ ਸਤਿਗੁਰੂ ਗਰੀਬ ਨਵਾਜ ਪਿਤਾ ਚਬਰ ਛਤਰ ਤਖਤ ਦੇ ਮਾਲਕ ਗੁਰਗੱਦੀ ਤੇ ਸੁਭਾਈਮਾਨ ਸ਼ਬਦ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਾਲਕ ਪਿਤਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਮਲ ਬੈਠੀ ਸਾਧ ਸੰਗਤ ਜੀ, ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਜੋ ਅੱਜ ਅਸੀਂ ਉਸ ਵਿਛੜ ਚੁੱਕੀ ਰੂਹ ਆਤਮਾ ਸਰਦਾਰ ਗੁਰਚਰਨ ਸਿੰਘ ਜੀਆਂ ਦੀ ਮਿੱਠੀ ਯਾਦ ਨੂੰ ਮਨਾਉਣ ਵਾਸਤੇ ਉਹਨਾਂ ਦੇ ਗ੍ਰਹਿ ਵਿਖੇ ਇਕੱਤਰ ਹੋਏ ਆ, ਜੋ ਪਿਛਲੇ ਸਮੇਂ ਦੌਰਾਨ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸਦੀਵੀ ਵਿਛੋੜਾ ਦੇ ਕਰਕੇ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਨੇ। ਉਹਨਾਂ ਦੀ ਯਾਦ ਨੂੰ ਮਨਾਉਣ ਵਾਸਤੇ ਸਾਰੇ ਇਕੱਤਰ ਹੋਏ ਆ, ਕਿਉਂਕਿ ਗੁਰਬਾਣੀ ਦਾ ਵੀ ਫਰਮਾਨ ਹੈ, ਬਾਣੀਆਂ ਕਹਾਣੀਆਂ ਪੁੱਤ ਸੁਪਿਤ ਕਰੇਨ ਦੇ ਮਹਾਵਾਕਾਂ ਅਨੁਸਾਰ ਜੋ ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਆਪਣੇ ਗ੍ਰਹਿ ਵਿਖੇ ਪ੍ਰਾਰੰਭ ਕਰਵਾਏ ਸਨ। ਭੋਗ ਉਪਰੰਤ ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਮੈਂ ਪਿੱਛੋਂ ਕੀਰਤਨ ਕਰਿਓ ਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਤ ਸਦੇਹੋ ਹਰ ਹਰ ਕਥਾ ਪੜੇ ਪ੍ਰਾਣ ਜੀਓ ਦੇ ਮਹਾਵਾਕਾਂ ਅਨੁਸਾਰ ਗੁਰੂ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ ਅਸੀਂ ਸਾਰੇ ਉਹਨਾਂ ਦੀ ਯਾਦ ਵਿੱਚ ਜੁੜੇ ਬੈਠੇ ਹਾਂ। ਤੋ ਜਿੰਨਾ ਚਿਰ ਵੀ ਅਸੀਂ ਇੱਥੇ ਬੈਠਣਾ ਹੈ, ਗੱਲਾਂ ਤੋਂ ਸੰਕੋਚ ਕਰਨਾ ਹੈ। ਮੇਰੀ ਪਹਿਲੀ ਬੇਨਤੀ ਕਿ ਆਪਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਹੋਏ ਆ ਤੇ ਸਤਿਗੁਰੂ ਜੀਆਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਬਿਲਕੁਲ ਅਸੀਂ ਸਾਇਲੈਂਟ ਹੋ ਕਰਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਹੈ, ਕਿਉਂਕਿ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਆ ਉਹਨਾਂ ਦੀ ਰੂਹ ਦੇ ਨਿਮਿਤ ਅਸੀਂ ਗੁਰਬਾਣੀ ਦਾ ਕੀਰਤਨ ਸੁਣ ਕਰਕੇ ਉਹਨਾਂ ਨੂੰ ਸੱਚੀ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ। ਤੇ ਜੇ ਅਸੀਂ ਗੱਲਾਂ ਹੀ ਕਰਦੇ ਰਹੇ ਤੇ ਇਹ ਕੋਈ ਸੱਚੀ ਸ਼ਰਧਾ ਨਹੀਂ। ਤੋ ਇਸ ਕਰਕੇ ਸ਼ਾਇਦ ਮੇਰੀ ਗੱਲ ਅਜੇ ਤੱਕ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚੀ। ਸਪੀਕਰ ਤੇ ਬੜਾ ਵੱਡਾ ਲਾਇਆ ਹੈ, ਪਰ ਮੈਨੂੰ ਲੱਗਦਾ ਵੀ ਗੱਲ ਤੁਸੀਂ ਮੇਰੀ ਸੁਣ ਨਹੀਂ ਰਹੇ। ਕਿਰਪਾ ਕਰਿਆ ਜੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਰਾ ਧਿਆਨ ਦਿਆ ਜੇ ਸਮਾਂ ਬਣਿਆ ਹੈ ਅਸੀਂ ਉਹਨਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ ਤੇ ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਬਾਣੀ ਦੇ ਨਾਲ ਅਸੀਂ ਸਾਂਝ ਬਣਾਉਣੀ ਹੈ। ਸਾਰੀ ਜ਼ਿੰਦਗੀ ਬੰਦੇ ਦੀ ਗੱਲਾਂ ਕਰਦੇ ਲੰਘਦੀ ਹੈ। ਜੇ ਮਨ ਵੀ ਲਿਆ ਜਾਵੇ ਕਿ ਸਾਡੀ ਉਮਰ ਕਿਤੇ 70-80 ਸਾਲ ਹੋਵੇਗੀ ਤੇ ਉਹਦੇ ਵਿੱਚੋਂ ਅੱਧੀ ਤੇ ਬੰਦਾ ਸੌਂ ਕੇ ਹੀ ਗੁਜ਼ਾਰਦਾ ਹੈ, ਅੱਧੀ ਕੋ ਸਾਡੇ ਹੱਥ ਹੈ। 15 ਸਾਲ ਤੱਕ ਤੇ ਉਹੀ ਸਮਝ ਨਹੀਂ ਆਉਂਦੀ ਬੰਦੇ ਨੂੰ ਕਰਨਾ ਕੀ ਹੈ। ਬੱਚਾ ਹੁੰਦਾ ਹੈ 15-16 ਸਾਲ ਤੇ ਉਵੇਂ ਹੀ ਲੰਘ ਜਾਂਦੇ ਨੇ। ਅੱਧੀ ਜ਼ਿੰਦਗੀ ਬੰਦੇ ਦੀ ਹਮੇਸ਼ਾ ਸੌਂ ਕੇ ਗੁਜ਼ਰਦੀ ਹੈ, ਨੀਂਦ ਵਿੱਚ ਗੁਜ਼ਰਦੀ ਹੈ, ਤੇ ਅੱਧੀ ਜ਼ਿੰਦਗੀ ਸਾਡੇ ਕੋਲ ਹੈ। ਤੇ ਇਸ ਕਰਕੇ ਅਸੀਂ ਉਸ ਦਿੱਤੇ ਹੋਏ ਵਾਹਿਗੁਰੂ ਦੇ ਸਵਾਸਾਂ ਨੂੰ ਸਫਲੇ ਜ਼ਰੂਰ ਕਰਨਾ ਹੈ। ਤੋ ਜਿੱਥੇ ਗੁਰਬਾਣੀ ਨੇ ਸਾਨੂੰ ਭਾਣਾ ਮੰਨਣ ਦੀ ਜਾਚ ਦੱਸੀ ਹੈ, ਜਿਵੇਂ ਸ਼ਬਦ ਪੜਿਆ ਹੈ ਕਿ ਜਿਹਾ ਚਿੜੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੈ ਉੱਠੀ ਜਾਏ। ਉਸ ਪਰਮਾਤਮਾ ਦੇ ਹੁਕਮ ਅਨੁਸਾਰ ਜੀਵ ਇਸ ਧਰਤੀ ਤੇ ਜਨਮ ਲੈਂਦਾ ਹੈ। ਉਸ ਵਾਹਿਗੁਰੂ ਅਕਾਲ ਪੁਰਖ ਦੀ ਹੁਕਮ ਅਨੁਸਾਰ ਜੀਵ ਜ਼ਿੰਦਗੀ ਜਿਉਂਦਾ ਹੈ ਤੇ ਉਸ ਦੇ ਹੁਕਮ ਅਨੁਸਾਰ ਹੀ ਇਸ ਸੰਸਾਰ ਤੋਂ
ਕੂਚ ਕਰਦਾ ਹੈ ਸਦਾ ਵਾਸਤੇ। ਤੋ ਸਤਿਗੁਰੂ ਕਹਿੰਦੇ ਨੇ, ਹੇ ਜੀਵ, ਇਹ ਜਿੰਨਾ ਵੀ ਸੰਸਾਰ ਹੈ ਨਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਪੈਦਾ ਹੋਇਆ। ਉਹਦੇ ਹੁਕਮ ਵਿੱਚ ਪੈਦਾ ਹੋ ਕਰਕੇ ਤੇ ਹੁਕਮ ਵਿੱਚ ਹੀ ਸਮੇਟਿਆ ਜਾ ਰਿਹਾ। ਤੇ ਹੁਕਮ ਕਦੋਂ ਕਦੋਂ ਤੱਕ ਵਰਤਦਾ ਹੈ? ਜਿੰਨੇ ਸਵਾਸ ਪ੍ਰਮਾਤਮਾ ਨੇ ਦਿੱਤੇ ਹੁੰਦੇ ਨਾ ਜੀਵ ਨੂੰ, ਉਹਨਾਂ ਸਵਾਸਾਂ ਮੁਤਾਬਕ ਅਸੀਂ ਜ਼ਿੰਦਗੀ ਜਿਉਂਦੇ ਹਾਂ। ਅਸੀਂ ਕਈ ਵਾਰ ਸੁਣਿਆ ਹੋਵੇਗਾ, ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਮਰਨ ਲਿਖਾਏ ਮੰਡਲ ਮਹਿ ਆਏ। ਮੰਡਲ ਕਹਿੰਦੇ ਨੇ ਇਸ ਸੰਸਾਰ ਨੂੰ, ਜਿਸ ਸੰਸਾਰ ਵਿੱਚ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ। ਸਤਿਗੁਰੂ ਕਹਿੰਦੇ ਨੇ ਮੰਡਲ ਵਿੱਚ ਤੂੰ ਬਾਅਦ ਵਿੱਚ ਆਇਆ, ਸੰਸਾਰ ਵਿੱਚ ਤੈਨੂੰ ਪ੍ਰਮਾਤਮਾ ਨੇ ਬਾਅਦ ਵਿੱਚ ਭੇਜਿਆ। ਪਹਿਲਾਂ ਤੇਰਾ ਮਰਨ ਵਾਲਾ ਦਿਨ ਜਿਹੜਾ ਹੈ ਨਾ, ਅੰਤਮ ਦਿਨ ਪ੍ਰਮਾਤਮਾ ਨੇ ਨਿਸ਼ਚਿਤ ਕੀਤਾ ਹੈ, ਪੱਕਾ ਕੀਤਾ ਹੈ ਕਿ ਇਸ ਦਿਨ, ਇਸ ਵਾਰ, ਆਹ ਤਰੀਕ, ਆਹ ਮਹੀਨਾ ਤੇ ਆਹ ਸਾਲ ਹੋਵੇਗਾ ਜਿਸ ਦਿਨ ਤੈਨੂੰ ਮੈਂ ਵਾਪਸ ਬੁਲਾਣਾ ਹੈ। ਇਹ ਦਿਨ ਪੱਕਾ ਕਰਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਜਨਮ ਹੀ ਫੇਰ ਦਿੱਤਾ। ਸਤਿਗੁਰੂ ਨੇ ਕਿਹਾ ਇਹ ਨਾ, ਮਰਨ ਲਿਖਾਏ, ਭਾਵ ਕਿ ਲਿਖਾਇਆ ਹੋਇਆ ਹੈ ਮਰਨ ਵਾਲਾ ਦਿਨ। ਅਸੀਂ ਸਾਰੇ ਐਵੇਂ ਨਹੀਂ ਆਏ। ਇਹ ਕੱਲੀ ਗੱਲ ਭਾਈ ਗੁਰਚਰਨ ਸਿੰਘ ਹੋਰਾਂ ਦੀ ਨਹੀਂ, ਇਹ ਨਿਯਮ ਸਾਡੇ ਸਾਰਿਆਂ ਨਾਲ ਵਰਤਣਾ ਹੈ। ਇਹ ਹੁਕਮ ਜਿਹੜਾ ਸਾਡੇ ਸਾਰਿਆਂ ਤੇ ਲਾਗੂ ਹੋਣਾ ਹੈ। ਮਰਨ ਵਾਲਾ ਦਿਨ ਜਿਹੜਾ ਹੈ ਉਹ ਪ੍ਰਮਾਤਮਾ ਨੇ ਪਹਿਲਾਂ ਨਿਸ਼ਚਿਤ ਕਰਕੇ ਜੀਵ ਨੂੰ ਜਨਮ ਹੀ ਬਾਅਦ ਵਿੱਚ ਦਿੱਤਾ ਹੈ। ਬੰਦਾ ਮੌਤ ਦੇ ਬੜੇ ਉਪਾਅ ਕਰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਮੌਤ ਤੋਂ ਬਚ ਜਾਵਾਂਗਾ, ਸ਼ਾਇਦ ਮੈਂ ਆਪਣੀ ਮਰਜ਼ੀ ਮੁਤਾਬਕ ਆਪਣਾ ਜੀਵਨ ਜਿਹੜਾ ਜਿਉ ਸਕਾਂ। ਆਪਣੇ ਬਲ ਨਾਲ, ਆਪਣੇ ਜ਼ੋਰ ਨਾਲ ਬੰਦਾ ਇਸ ਧਰਤੀ ਤੇ ਜਿਉਂਦਾ ਨਹੀਂ ਰਹਿ ਸਕਦਾ। ਬੜੇ ਪ੍ਰਬੰਧ ਕਰਦਾ ਹੈ ਬੰਦਾ ਮੌਤ ਦੇ, ਪਰ ਮੌਤ ਤੇ ਬੰਦੇ ਦੇ ਅੰਦਰ ਹੀ ਫਿੱਟ ਕਰਕੇ ਪ੍ਰਮਾਤਮਾ ਨੇ ਇਹਨੂੰ ਭੇਜਿਆ। ਇਹ ਮੌਤ ਤੇ ਅੰਦਰੋਂ ਹੀ ਪ੍ਰਗਟ ਹੋ ਜਾਂਦੀ ਹੈ। ਬੰਦਾ ਬਾਹਰੋਂ ਉਪਾਅ ਕਰਦਾ ਹੈ, ਪਰ ਮੌਤ ਤੇ ਅੰਦਰ ਬੈਠੀ ਹੋਈ ਹੈ, ਇਹਨੇ ਅੰਦਰੋਂ ਪ੍ਰਗਟ ਹੋ ਜਾਣਾ। ਭਗਤ ਫਰੀਦ ਜੀ ਕਹਿੰਦੇ ਨੇ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਇੱਕ ਦਰਵਾਜ਼ੇ ਆ ਨੇ ਜਿਹੜੇ ਅਸੀਂ ਘਰਾਂ ਨੂੰ ਲਾਉਂਦੇ ਹਾਂ। ਇਹ ਵੀ ਦਰਵਾਜ਼ੇ ਇਸ ਕਰਕੇ ਲਾਏ ਜਾਂਦੇ ਨੇ ਕਿ ਮੁਸੀਬਤਾਂ ਤੋਂ ਬਚ ਜਾਵਾਂਗੇ। ਕੋਈ ਮੁਸੀਬਤ ਆਣ ਪਏਗੀ ਤੇ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰਕੇ ਅਸੀਂ ਮੁਸੀਬਤ ਤੋਂ ਬਚ ਜਾਵਾਂਗੇ। ਦਰਵਾਜ਼ੇ ਲਾਏ ਤਾਂ ਜਾਂਦੇ ਨੇ। ਜਿਹੜੇ ਦੁਨਿਆਵੀ ਦਰਵਾਜ਼ੇ ਅਸੀਂ ਘਰਾਂ ਨੂੰ ਲਾਉਂਦੇ ਆ, ਮੁਸੀਬਤਾਂ ਤੋਂ ਬਚਣ ਵਾਸਤੇ ਹੀ ਲਾਉਂਦੇ ਆ। ਕਈ ਵਾਰ ਅਸੀਂ ਆਮ ਲੋਕਾਂ ਨੂੰ ਕਹਿੰਦੇ ਸੁਣਿਆ ਵੀ ਮੇਰੇ ਤੇ ਮੁਸੀਬਤ ਆਣ ਲੱਗੀ ਸੀ ਤੇ ਮੈਂ ਅੰਦਰੋਂ ਘੁੱਟ ਕੇ ਦਰਵਾਜ਼ਾ ਬੰਦ ਕਰ ਲਿਆ ਤੇ ਮੈਂ ਉਸ ਮੁਸੀਬਤ ਤੋਂ ਬਚ ਗਿਆ। ਜੇ ਮੈਂ ਦਰਵਾਜ਼ਾ ਨਾ ਬੰਦ ਕਰਦਾ ਤੇ ਮੇਰੇ ਨਾਲ ਆਹ ਵਾਪਰ ਜਾਣਾ ਸੀ, ਇਹ ਹੋ ਜਾਣਾ ਸੀ। ਹੁਣ ਭਗਤ ਜੀ ਜਿਹੜੇ ਦਰਵਾਜ਼ਿਆਂ ਦੀ ਗੱਲ ਪਏ ਕਰਦੇ ਨੇ, ਉਹ ਮਨੁੱਖ ਵੱਲੋਂ ਲਾਏ ਹੋਏ ਮੌਤ ਦੇ ਬਚਣ ਵਾਸਤੇ, ਮੌਤ ਤੋਂ ਬਚਣ ਵਾਸਤੇ ਦਰਵਾਜ਼ੇ। ਉਹ ਦਰਵਾਜ਼ੇ ਕਿਹੜੇ ਨੇ ਜਿਹੜੇ ਮਨੁੱਖ ਲਾਉਂਦਾ ਹੈ ਕਿ ਮੈਂ ਮੌਤ ਤੋਂ ਬਚ ਜਾਵਾਂ। ਮੌਤ ਤੋਂ ਵੱਡੀ ਮੁਸੀਬਤ ਹੋਰ ਕੋਈ ਨਹੀਂ। ਤੇ ਮੌਤ ਤੋਂ ਬਚਣ ਵਾਸਤੇ ਵੀ ਬੰਦੇ ਕੋਲ ਦਰਵਾਜ਼ੇ ਹਨ। ਇਹ ਯਤਨ ਬੜੇ ਕਰਦਾ ਹੈ ਦਰਵਾਜ਼ੇ ਲਾਉਣ ਤੋਂ। ਸਭ ਤੋਂ ਪਹਿਲਾ ਦਰਵਾਜ਼ਾ ਮੌਤ ਤੋਂ ਬਚਣ ਵਾਸਤੇ ਪਤਾ ਕੀ ਹੈ ਬੰਦੇ ਦੇ ਕੋਲ? ਪਹਿਲਾ ਦਰਵਾਜ਼ਾ ਹੈ ਪੈਸਾ, ਧਨ। ਬੰਦਾ ਸੋਚਦਾ ਹੈ ਬਿਮਾਰ ਹੋਵਾਂਗਾ, ਪੈਸਾ ਬੜਾ ਕੋਲ ਹੈ, ਮੈਨੂੰ ਪਰਵਾਹ ਹੀ ਨਹੀਂ ਕਿਸੇ ਦੀ। ਪੈਸਾ ਹੈ, ਚੰਗੇ ਡਾਕਟਰਾਂ ਦੇ ਕੋਲੋਂ, ਚੰਗੇ ਹਸਪੀਟਲ ਦੇ ਵਿੱਚ ਜਾਵਾਂਗਾ, ਇਲਾਜ ਕਰਾ ਲਵਾਂਗਾ,
ਤੇ ਮੈਂ ਮੌਤ ਤੋਂ ਬਚ ਜਾਵਾਂਗਾ। ਤੇ ਸੱਚ ਜਾਣਿਓ, ਜਦੋਂ ਮੌਤ ਆਉਂਦੀ ਹੈ ਨਾ, ਲੱਖਾਂ ਰੁਪਏ ਕੋਲ ਕਿਉਂ ਨਾ ਹੋਣ, ਕਰੋੜਾਂ ਅਰਬਾਂ ਰੁਪਏ ਕੋਲ ਕਿਉਂ ਨਾ ਹੋਣ, ਚੰਗੇ ਡਾਕਟਰ ਵੀ ਕੋਲ ਕਿਉਂ ਨਾ ਹੋਣ, ਜਦੋਂ ਮੌਤ ਆਉਂਦੀ ਹੈ ਨਾ, ਮੌਤ ਧਨ ਵਾਲਾ ਪੈਸੇ ਵਾਲਾ ਦਰਵਾਜ਼ਾ ਤੋੜ ਕੇ ਵੀ ਮਨੁੱਖ ਨੂੰ ਹੱਥਾਂ 'ਚੋਂ ਖੋਹ ਕੇ ਲੈ ਜਾਂਦੀ। ਆਖੋ ਸਤਨਾਮ। ਇੱਕ ਦਮੜੀ ਨਹੀਂ ਜੇ ਚੱਲਦੀ ਉਦੋਂ, ਜਦੋਂ ਮੌਤ ਵਾਲਾ ਸਮਾਂ ਆ ਜਾਂਦਾ। ਧਨ ਵਾਲਾ ਪੈਸੇ ਵਾਲਾ ਦਰਵਾਜ਼ਾ ਵੀ ਮੌਤ ਤੋੜ ਕੇ ਰੱਖ ਦਿੰਦੀ ਹੈ। ਭਗਤ ਜੀ ਇਹੀ ਗੱਲ ਕਹਿੰਦੇ ਨੇ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਪਹਿਲਾ ਦਰਵਾਜ਼ਾ ਮਨੁੱਖ ਦੇ ਕੋਲ ਸੀ ਪੈਸੇ ਵਾਲਾ, ਮੌਤ ਨੇ ਇਹ ਵੀ ਭੰਨ ਕੇ ਤੇ ਵੱਡੇ ਵੱਡੇ ਅਮੀਰਾਂ ਨੂੰ, ਰਾਜਿਆਂ ਨੂੰ, ਮਹਾਰਾਜਿਆਂ ਨੂੰ ਮੌਤ ਨੇ ਖੋ ਕੇ ਹੱਥਾਂ ਵਿੱਚੋਂ ਖੜਿਆ ਹੈ, ਲੈ ਕੇ ਗਈ ਹੈ ਮੌਤ। ਪੈਸੇ ਵਾਲਾ ਦਰਵਾਜ਼ਾ ਤੋੜ ਕੇ, ਧਨ ਵਾਲਾ ਦਰਵਾਜ਼ਾ ਤੋੜ ਕੇ। ਦੂਜਾ ਦਰਵਾਜ਼ਾ ਮਨੁੱਖ ਦੇ ਕੋਲ ਹੁੰਦਾ ਹੈ ਮੌਤ ਤੋਂ ਬਚਣ ਵਾਸਤੇ ਵੀ ਭੈਣ ਭਰਾ ਸਾਕ ਸੰਬੰਧੀ ਬੜੇ ਤਕੜੇ ਨੇ। ਮੇਰੀ ਤੇ ਯਾਰੀ ਜਿਹੜੀ ਹੈ, ਮੇਰੀ ਦੋਸਤੀ ਮਿੱਤਰਤਾ, ਜਿਹੜੇ ਮੇਰੇ ਮਿੱਤਰ ਨੇ ਬੜੇ ਤਗੜੇ ਨੇ, ਸਮਾਜ ਵਿੱਚ ਚੰਗਾ ਉਹਨਾਂ ਦਾ ਨਾਮ ਹੈ। ਜਦੋਂ ਮੌਤ ਵਾਲਾ ਸਮਾਂ ਆਇਆ ਹੁੰਦਾ ਹੈ ਨਾ, ਅੰਤਲੇ ਸਵਾਸ ਚੱਲਦੇ ਹੁੰਦੇ ਨੇ, ਮਨੁੱਖ ਨੂੰ ਮੰਜੇ ਤੇ ਲਟਾਇਆ ਹੁੰਦਾ ਹੈ। ਸੱਜਣ ਮਿੱਤਰ ਯਾਰ ਬੇਲੀ ਜਿਹੜੇ ਕਹਿੰਦੇ ਹੁੰਦੇ ਨੇ ਨਾ ਵੀ ਪਰਵਾਹ ਨਾ ਕਰੀ, ਅਸੀਂ ਤੇਰੀਆਂ ਸੱਜੀਆਂ ਖੱਬੀਆਂ ਬਾਹਾਂ ਵਾਂ, ਤੂੰ ਪਰਵਾਹ ਕਾਹਤੋਂ ਕਰਦਾ, ਅਸੀਂ ਤੇਰੇ ਨਾਲ। ਉਹ ਵੀ ਕੋਲ ਕਿਉਂ ਨਾ ਬੈਠੇ ਹੋਣ। ਮਨੁੱਖ ਦੇ ਸਵਾਸ ਚੱਲਦੇ ਹੁੰਦੇ ਨੇ, ਅੱਖਾਂ ਨਾਲ ਦੇਖ ਕੇ ਦਿਮਾਗ ਅੰਦਰ ਇਹ ਗੱਲ ਸੋਚ ਰਿਹਾ ਹੁੰਦਾ ਹੈ ਵੀ ਮੇਰੇ ਸੱਜਣ ਮਿੱਤਰ ਮੇਰੇ ਕੋਲ ਨੇ, ਮੈਨੂੰ ਕਿਤੇ ਮੌਤ ਲੈ ਚੱਲੀ, ਇਹ ਮੈਨੂੰ ਬਚਾ ਲੈਣਗੇ। ਕਹਿੰਦੇ ਜਦੋਂ ਮੌਤ ਆਉਂਦੀ ਹੈ ਨਾ, ਵੱਡੇ ਵੱਡੇ ਬਾਹੂਬਲੀ ਵੀ ਕੋਲ ਕਿਉਂ ਨਾ ਬੈਠੇ ਹੋਣ, ਵੱਡੇ ਵੱਡੇ ਬਾਹੂਬਲੀਆਂ ਦੇ ਕੋਲੋਂ ਵੀ ਇਸ ਮਨੁੱਖ ਨੂੰ ਮੌਤ ਖੋਹ ਕੇ ਲੈ ਤੁਰਦੀ ਹੈ। ਉੱਥੇ ਵੀ ਕਿਸੇ ਦੀ ਇੱਕ ਨਹੀਂ ਚੱਲਦੀ, ਸਭ ਬਾਹਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ, ਸਭ ਸੱਜਣ ਮਿੱਤਰ ਧਰੇ ਧਰਾਏ ਰਹਿ ਜਾਂਦੇ ਨੇ। ਭਗਤ ਜੀ ਕਹਿੰਦੇ ਨੇ, ਮੌਤ ਭੈਣ ਭਾਈਆਂ ਵਾਲਾ ਦਰਵਾਜ਼ਾ ਵੀ ਤੋੜ ਕੇ ਰੱਖ ਦਿੰਦੀ ਹੈ। ਆਖੋ ਸਤਨਾਮ। ਭੈਣ ਭਾਈਆਂ ਵਾਲਾ, ਸਕੇ ਸੰਬੰਧੀਆਂ ਵਾਲਾ ਦਰਵਾਜ਼ਾ ਵੀ ਤੋੜ ਕੇ ਰੱਖ ਦਿੰਦੀ ਏ। ਇਸੇ ਕਰਕੇ ਭਗਤ ਜੀ ਕਹਿੰਦੇ ਨੇ, ਐਵੇਂ ਦੇ ਦਰਵਾਜ਼ੇ ਮਨੁੱਖ ਨੇ ਕਈ ਲਾਏ, ਇੱਕ ਨਹੀਂ। ਕਦੀ ਪੈਸੇ ਵਾਲਾ ਦਰਵਾਜ਼ਾ ਲਾਇਆ, ਕਦੀ ਭੈਣ ਭਾਈਆਂ ਤੇ ਆਸ ਟਿਕਾਈ, ਕਦੀ ਕਿਸੇ ਮੰਤਰੀ ਸੰਤਰੀ ਤੇ ਆਸ ਟਿਕਾਈ ਵੀ ਮੇਰਾ ਬੜਾ ਅਸਲ ਰਸੂਖ ਹੈ, ਬਹਿਣ ਖਲੋਣ ਹੈ। ਪਰ ਜਦੋਂ ਅੰਤ ਸਮਾਂ ਆਇਆ ਨਾ, ਇਹ ਸਾਰੇ ਦਰਵਾਜ਼ੇ ਟੁੱਟਦੇ ਦਿਸੇ। ਇਹ ਮੌਤ ਨੇ ਸਾਰੇ ਭੰਨ ਕੇ ਰੱਖ ਦਿੱਤੇ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਇਹੋ ਜਿਹੇ ਦਰਵਾਜ਼ੇ ਮੌਤ ਨੇ ਕਈ ਤੋੜੇ ਨੇ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਜਿਹੜੇ ਬੜਾ ਪਿਆਰ ਕਰਦੇ ਹੁੰਦੇ ਨੇ, ਬੜਾ ਸਨੇਹ ਕਰਦੇ ਹੁੰਦੇ, ਜਿਹੜੇ ਕਹਿੰਦੇ ਅਸੀਂ ਤੇਰੇ ਭਰਾ। ਉਹਨਾਂ ਭਰਾਵਾਂ ਨੇ ਆਪਣੇ ਮੋਢਿਆਂ ਦੇ ਉੱਤੇ ਰੱਖ ਕੇ ਸ਼ਮਸ਼ਾਨ ਘਾਟ ਨੂੰ ਲੈ ਤੁਰੇ ਤੇ ਆਪਣੇ ਹੱਥੀਂ ਲਾਂਬੂ ਲਾ ਕੇ ਆਏ। ਇਸ ਕਰਕੇ ਭਗਤ ਜੀ ਕਹਿੰਦੇ ਨੇ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਆਪਣੇ ਮੋਢਿਆਂ ਤੇ ਚੱਕ ਕੇ ਲੈ ਕੇ ਗਏ ਨਾ। ਉਹੀ ਸੱਜਣ, ਉਹੀ ਮਿੱਤਰ ਜਿਹੜੇ ਬੜਾ ਪਿਆਰ ਕਰਦੇ ਸੀ, ਬੜਾ ਸਨੇਹ ਕਰਦੇ ਸੀ। ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਸੱਜਣਾ, ਜਿਹੜਾ ਮੌਤ ਵਾਲਾ ਦਿਨ ਹੈ ਨਾ, ਉਹ ਤੇਰਾ ਨਿਸ਼ਚਿਤ ਕੀਤਾ ਹੋਇਆ ਹੈ, ਪੱਕਾ ਕੀਤਾ ਹੋਇਆ ਹੈ ਪ੍ਰਮਾਤਮਾ ਨੇ ਪਹਿਲੇ। ਫਿਰ ਤੂੰ ਸੰਸਾਰ ਵਿੱਚ ਆਇਆ। ਕੇਵਲ ਤੇ ਕੇਵਲ ਜ਼ਿੰਦਗੀ ਕਿੱਥੇ ਟਿਕੀ ਹੈ? ਸਾਡੇ ਸਵਾਸਾਂ ਤੇ ਟਿਕੀ ਹੈ। ਜਿੰਨੇ ਕਿਸੇ ਦੇ ਸਵਾਸ ਪ੍ਰਮਾਤਮਾ ਨੇ ਪਾ ਕਰਕੇ ਇਸ ਸੰਸਾਰ ਤੇ ਭੇਜਿਆ ਏ, ਓਨੀ ਜ਼ਿੰਦਗੀ ਹੀ ਬੰਦਾ ਜਿਉ ਸਕਦਾ ਏ। ਰਾਈ ਮਾਤਰ ਵੀ ਆਪਣੀ ਮਰਜ਼ੀ ਮੁਤਾਬਕ ਬੰਦਾ ਅੱਧਾ ਸਵਾਸ ਵੀ ਨਹੀਂ ਲੈ ਸਕਦਾ। ਜੇ ਹਿਸਾਬ ਕਿਤਾਬ ਲਵਾਉਣਾ ਹੋਵੇ ਨਾ,
ਕਈ ਵਾਰ ਸੰਸਾਰ ਵਿੱਚ ਅਸੀਂ ਦੇਖਦੇ ਹਾਂ ਵੀ ਵਾਕਿਆ ਇਹ ਜ਼ਿੰਦਗੀ ਸਵਾਸਾਂ ਤੇ ਟਿਕੀ ਹੈ, ਸਾਹਾਂ ਤੇ ਟਿਕੀ ਹੈ, ਵੀ ਜਿੰਨੇ ਸਵਾਸ ਪਰਮਾਤਮਾ ਨੇ ਦਿੱਤੇ ਨੇ ਓਨੀ ਹੀ ਜ਼ਿੰਦਗੀ ਬੰਦਾ ਭੋਗਦਾ ਹੈ ਕਿ ਜਾਂ ਵੱਧ ਵੀ ਭੋਗਦਾ ਹੈ। ਅਸੀਂ ਦੇਖਦੇ ਹਾਂ 2 ਘੰਟੇ ਪਹਿਲਾਂ ਬੱਚਾ ਸੰਸਾਰ ਵਿੱਚ ਪੈਦਾ ਹੁੰਦਾ ਹੈ। ਧਿਆਨ ਦਿਆ ਜੇ, 2 ਘੰਟੇ ਸੰਸਾਰ ਵਿੱਚ ਬੱਚਾ 2 ਘੰਟੇ ਪਹਿਲਾਂ ਪੈਦਾ ਹੋਇਆ ਤੇ 2 ਘੰਟੇ ਦੇ ਵਿੱਚ ਉਹ ਬੱਚੇ ਦੀ ਡੈਥ ਹੋ ਗਈ। 2 ਘੰਟੇ ਦੇ ਵਿੱਚ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਇੱਕ ਐਸੇ ਜੀਵ ਨੇ ਜਿਹੜੇ ਮੈਂ ਵੀ ਆਪਣੀਆਂ ਅੱਖਾਂ ਨਾਲ ਦੇਖੇ ਨੇ, ਤੁਸੀਂ ਵੀ ਦੇਖੇ ਹੋਣਗੇ। ਕਈ ਬਜ਼ੁਰਗ ਨੇ 100 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਪਏ ਨੇ ਕਿ ਹੇ ਪ੍ਰਮਾਤਮਾ ਮੈਨੂੰ ਮੌਤ ਦੇ, ਮੈਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ। ਕਈਆਂ ਦੀਆਂ ਅਰਦਾਸਾਂ ਹੁੰਦੀਆਂ ਦੇਖੀਆਂ ਨੇ ਵੀ ਬਾਬਾ ਜੀ ਅਰਦਾਸ ਕਰੋ ਇਸ ਬਜ਼ੁਰਗ ਨੂੰ ਮੌਤ ਆ ਜਾਵੇ, ਤੇ ਉਹ ਵੀ ਅੱਗੇ ਮੌਤ ਹੀ ਮੰਗਦੇ ਹੁੰਦੇ ਨੇ ਵੀ ਇਹਦੇ ਨਾਲ ਜ਼ਿੰਦਗੀ ਨਾਲੋਂ ਤੇ ਮੌਤ ਹੀ ਚੰਗੀ ਹੈ। ਪਰ ਮੌਤ ਅਜੇ ਆ ਨਹੀਂ ਰਹੀ। ਕਿੰਨੇ ਕਿੰਨੇ ਸਾਲ ਬੰਦਾ ਜ਼ਿੰਦਗੀ ਮੰਜੇ ਤੇ ਐਵੇਂ ਰਿੜਕ ਕੇ ਕੱਟਦਾ ਏ, ਮੌਤ ਕਿਉਂ ਨਹੀਂ ਆ ਰਹੀ? 1-2 ਘੰਟੇ ਪਹਿਲਾਂ ਸੰਸਾਰ ਵਿੱਚ ਬੱਚਾ ਪੈਦਾ ਹੋਇਆ, 2 ਘੰਟੇ ਦੇ ਵਿੱਚ ਉਹ ਸੰਸਾਰ ਤੋਂ ਵਾਪਸ ਮੁੜ ਗਿਆ, ਚਲਾ ਗਿਆ। 100 ਸਾਲ ਦੀ ਉਮਰ ਹਟਾ ਕੇ ਆਪਣੇ ਮੂੰਹੋਂ ਮੌਤ ਮੰਗਦਾ ਪਿਆ, ਅਜੇ ਮੌਤ ਨਹੀਂ ਆ ਰਹੀ। ਕਾਰਨ ਇੱਥੇ ਸਵਾਸਾਂ ਦੀ ਗਿਣਤੀ ਦਾ ਹੈ। ਜਿਹੜਾ 2 ਘੰਟੇ ਦੇ ਵਿੱਚ ਸੰਸਾਰ ਤੋਂ ਵਾਪਸ ਚਲਾ ਗਿਆ, ਪ੍ਰਮਾਤਮਾ ਨੇ ਸਵਾਸ ਹੀ 2 ਘੰਟੇ ਦੇ ਪਾ ਕੇ ਸੰਸਾਰ ਤੇ ਭੇਜਿਆ ਸੀ। ਜਦੋਂ 2 ਘੰਟੇ ਦੇ ਵਿੱਚ ਸੰਸਾਰ ਉਹਦੇ ਸਾਹ ਜਿਹੜੇ ਸੀ ਪੂਰੇ ਹੋ ਗਏ, ਰੱਬ ਨੇ ਉਹਨੂੰ ਵਾਪਸ ਬੁਲਾ ਲਿਆ। 100 ਸਾਲ ਦੀ ਜ਼ਿੰਦਗੀ ਹੰਢਾ ਕੇ ਵੀ ਮੰਜੇ ਤੇ ਰਿੜਕ ਰਿਹਾ ਏ, ਮੂੰਹੋਂ ਮੌਤ ਮੰਗਦਾ ਪਿਆ ਏ। ਅਜੇ ਮੌਤ ਕਿਉਂ ਨਹੀਂ ਆ ਰਹੀ? ਕਿਉਂਕਿ ਸਵਾਸਾਂ ਦੀ ਗਿਣਤੀ ਅਜੇ ਪੂਰੀ ਨਹੀਂ ਹੋਈ। ਜਿਸ ਦਿਨ ਸਵਾਸਾਂ ਦੀ ਗਿਣਤੀ ਉਹਦੀ ਵੀ ਪੂਰੀ ਹੋ ਗਈ, ਰੱਖਣ ਵਾਲਾ ਉਹਨੂੰ ਵੀ ਕੋਈ ਨਹੀਂ ਜੰਮਿਆ। ਸਤਿਗੁਰੂ ਕਹਿੰਦੇ ਨੇ ਨਾ, ਧੁਰ ਲਿਖਿਆ ਪਰਵਾਣਾ ਫਿਰੈ ਨਾਹੀ, ਧੁਰ ਲਿਖਿਆ ਪਰਵਾਣਾ ਫਿਰੈ ਨਾਹੀ। ਜਿਹੜਾ ਪ੍ਰਮਾਣ ਉਹਦੀ ਦਰਗਾਹ ਤੋਂ ਜਾਰੀ ਹੋ ਗਿਆ, ਉਹ ਭਾਵੇਂ 2 ਘੰਟੇ ਦੇ ਵਿੱਚ ਜਾਰੀ ਹੋ ਜਾਵੇ ਤੇ 2 ਘੰਟੇ ਦੇ ਬੱਚੇ ਨੂੰ ਵੀ ਲੈ ਸਕਦਾ ਹੈ। ਜਿਹੜਾ ਪ੍ਰਮਾਣ ਉਹਦੀ ਦਰਗਾਹ ਤੋਂ ਭਾਵੇਂ 10 ਸਾਲ ਦੀ ਉਮਰ ਦੇ ਵਿੱਚ ਹੋ ਜਾਵੇ, ਉਹ 10 ਸਾਲ ਦੀ ਉਮਰ ਵਿੱਚ ਲੈ ਜਾ ਸਕਦਾ ਹੈ, ਭਾਵੇਂ 20 ਦਾ ਹੋਵੇ 30 ਦਾ ਹੋਵੇ। ਜਦੋਂ ਪ੍ਰਮਾਣ ਜਾਰੀ ਹੋ ਗਿਆ ਉਹਦੀ ਦਰਗਾਹ ਤੋਂ, ਉਸ ਪ੍ਰਮਾਣ ਨੂੰ ਬਦਲਣ ਵਾਲਾ ਕੋਈ ਨਹੀਂ ਜੰਮਿਆ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਜਿਹੜੀ ਮੌਤ ਹੈ ਨਾ, ਇਹ ਸਵਾਸਾਂ ਦੇ ਆਧਾਰ ਤੇ ਟਿਕੀ ਹੋਈ ਹੈ। ਜਿੰਨੀ ਗਿਣਤੀ ਕਿਸੇ ਦੀ ਸਵਾਸਾਂ ਦੀ ਹੈ, ਭਾਵੇਂ ਲੱਖ ਕੋਈ ਵਾਹ ਲਾ ਲਵੇ, ਉਸ ਜੀਵ ਨੂੰ ਖਤਮ ਕਦੇ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਸਵਾਸ ਹੈ। ਕਈ ਵਾਰ ਅਸੀਂ ਬੜੀਆਂ ਯਤਨ ਕਰਦੇ ਹਾਂ ਵੀ ਵੱਡੇ ਵੱਡੇ ਡਾਕਟਰਾਂ ਦੇ ਕੋਲ ਲੈ ਜਾਂਦੇ ਆ ਜੀਵ ਨੂੰ, ਤੇ ਉਹਦੀ ਬੜਾ ਜ਼ਿਆਦਾ ਟ੍ਰੀਟਮੈਂਟ ਅਸੀਂ ਕਰਵਾਉਂਦੇ ਆ। ਡਾਕਟਰ ਵੀ ਬੜੇ ਸਿਆਣੇ ਹੁੰਦੇ ਨੇ, ਪੈਸਾ ਵੀ ਹੁੰਦਾ ਹੈ, ਪਰ ਦਵਾਈ ਕੰਮ ਨਹੀਂ ਕਰਦੀ। ਕੰਮ ਕਿਉਂ ਨਹੀਂ ਕਰਦੀ? ਕਿਉਂਕਿ ਅੱਗੇ ਸਵਾਸ ਨਹੀਂ ਹੈਗੀ। ਤੇ ਕਈ ਵਾਰ ਅਸੀਂ ਇਹ ਗੱਲ ਸੁਣੀ ਹੈ ਨਾ ਵੀ ਬੰਦੇ ਨੂੰ ਕਈ ਵਾਰ ਸਵਾਹ ਦੀ ਪੁੜੀ ਤੋਂ ਆਰਾਮ ਵੀ ਆ ਜਾਂਦਾ। ਉਹ ਸਵਾਹ ਦੀ ਪੁੜੀ ਤੋਂ ਆਰਾਮ ਨਹੀਂ ਆਉਂਦਾ, ਅਜੇ ਸਵਾਸ ਉਹਦੇ ਲਮੇਰੇ ਨੇ, ਅਜੇ ਸਵਾਸ ਹੈ ਨਾ। ਜਦੋਂ ਸਵਾਸ ਹੁੰਦੇ ਨੇ ਉਦੋਂ ਸਵਾਹ ਦੀ ਪੁੜੀ ਵੀ ਕੰਮ ਕਰ ਜਾਂਦੀ ਹੈ। ਜਦੋਂ ਸਵਾਸਾਂ ਦੀ ਗਿਣਤੀ ਸੰਪੂਰਨ ਹੋ ਜਾਂਦੀ ਹੈ, ਭਾਵੇਂ ਲੱਖਾਂ ਰੁਪਏ ਤੇ ਵੱਡੇ ਵੱਡੇ ਡਾਕਟਰ ਕੋਲ ਹੋਣ, ਜਦੋਂ ਸਵਾਸ ਹੀ ਨਹੀਂ ਹੈਗੇ ਤੇ ਉਹ ਦਵਾਈ ਵੀ ਕੰਮ ਨਹੀਂ ਕਰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਹੇ ਬੰਦੇ, ਇਹ ਖੇਡ ਸਾਰਿਆਂ ਨਾਲ ਵਾਪਰਨੀ, ਇੱਕ ਦੀ ਗੱਲ ਨਹੀਂ, ਇਹ ਸਾਰਿਆਂ ਨਾਲ ਵਾਪਰਨੀ ਹੈ। ਅਸਾਂ ਵੀ ਉੱਥੇ ਜਾਣਾ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਸਭ ਨੇ ਜਾਣਾ ਹੈ। ਪਰ ਉਹਦੇ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਚੇਤੇ ਕਰਿਆ ਕਰ। ਆਪਣੇ ਮਨ ਦੇ ਵਿੱਚ ਉਸ ਅਕਾਲ ਪੁਰਖ ਨੂੰ ਜਗ੍ਹਾ ਦੇ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਵਸਾ। ਜਿਸ ਹਿਰਦੇ ਵਿੱਚ ਕਹਿੰਦੇ ਕਪਟ ਤੇ ਵਿਕਾਰ ਨੇ, ਜਿਹੜੇ ਹਿਰਦੇ ਦੇ ਨਾਲ ਭੈੜੀਆਂ ਸੋਚਾਂ ਸੋਚਦਾ ਹੈ ਵੀ ਕਦੀ ਕਿਸੇ ਦਾ ਬੰਨਾ ਵੱਢ ਲਿਆ, ਕਦੀ ਪਾਣੀ ਪਾ ਕੇ ਦੁੱਧ ਦੇ ਵਿੱਚ ਵੇਚ ਦਿੱਤਾ, ਕਦੀ ਕੁਛ ਕਰ ਦਿੱਤਾ, ਕਦੀ ਕੁਛ ਕਰ ਦਿੱਤਾ, ਪੈਸੇ ਬਦਲੇ, ਬੜੀਆਂ ਠੱਗੀਆਂ, ਬੜਾ ਕੁਛ ਕੀਤਾ। ਆਪਣੇ ਬੱਚੇ ਬੜੇ ਪਿਆਰੇ ਲੱਗੇ ਪਰ ਗਵਾਂਢੀ ਦੇ ਦੁਸ਼ਮਣ ਲੱਗੇ। ਜਿੱਦਣ ਆਹ ਸੋਚ ਹੈ ਨਾ, ਸਤਿਗੁਰੂ ਕਹਿੰਦੇ ਤੇਰਾ ਆਇਆ ਪ੍ਰਵਾਨ ਨਹੀਂ। ਜਿੱਦਾਂ ਦੇ ਆਪਣੇ ਬੱਚੇ ਨੇ ਗਵਾਂਢੀ ਦੇ ਵੀ ਉਦਾਂ ਦੇ ਲੱਗਣ ਤੇ ਪ੍ਰਵਾਨ ਫਿਰ ਹੈ। ਤੇ ਜੇ
ਦੁਈ ਦਵੈਸ਼ ਤੇ ਈਰਖਾ ਹੈ ਮਨ ਵਿੱਚ। ਸਤਿਗੁਰੂ ਕਹਿੰਦੇ ਤੇਰਾ ਆਇਆ ਪ੍ਰਵਾਨ ਨਹੀਂ। ਗੁਰਦੁਆਰੇ ਜਾਣੇ 80 ਸਾਲ ਹੋ ਜਾਂਦੇ ਨੇ ਜਾਂਦਿਆਂ ਜਾਂਦਿਆਂ, ਪਰ ਸੋਚ ਨਹੀਂ ਬਦਲੀ। ਅਸੀਂ ਗੁਰਦੁਆਰੇ ਜਾਂਦੇ ਆ, ਸੋਚ ਕਿਉਂ ਨਹੀਂ ਬਦਲਦੀ? ਬਦਲਣਾ ਕੀ ਸੀ? ਬਦਲਣਾ ਸੀ ਸੋਚ ਨੇ। ਮੱਥਾ ਟੇਕੇ ਨੇ ਕੁਛ ਨਹੀਂ ਕਰਨਾ ਜਿੰਨਾ ਚਿਰ ਅਸੀਂ ਉਸ ਵਾਹਿਗੁਰੂ ਜੀ ਦੀ ਬਾਣੀ ਨੂੰ, ਸ਼ਬਦ ਨੂੰ ਹਿਰਦੇ ਵਿੱਚ ਧਾਰਨ ਨਹੀਂ ਕਰਦੇ। ਇਧਰਲੇ ਪਾਸੇ ਸੱਸ ਵੱਖਰੀ ਜਾ ਰਹੀ ਹੈ, ਉਹਦਾ ਮੂੰਹ ਹੋਰ ਪਾਸੇ ਹੈ, ਨਹੁੰ ਦਾ ਹੋਰ ਪਾਸੇ ਹੈ, ਤੇ ਜਾ ਗੁਰਦੁਆਰੇ ਰਹੀਆਂ, ਪਰ ਰਸਤੇ ਅਲੱਗ-ਅਲੱਗ। ਇੱਕ 10 ਮਿੰਟ ਪਹਿਲਾਂ ਤੁਰਦੀ ਏ, ਇੱਕ 10 ਮਿੰਟ ਬਾਅਦ ਵਿੱਚ ਤੁਰਦੀ ਏ। ਫਰਕ ਪੈ ਗਿਆ ਨਾ ਇੱਥੇ। ਈਰਖਾ ਆ ਗਈ ਵੀ ਨਹੀਂ, ਜਾਣਾ ਗੁਰਦੁਆਰੇ ਹੈ ਪਰ ਮਨ ਵਿੱਚ ਈਰਖਾ ਲੈ ਕੇ ਜਾਣਾ। ਮਨ ਵਿੱਚ ਦੁਈ ਦਵੈਸ਼ ਭਾਵਨਾ ਐਸੀ ਬਣਾ ਕੇ ਜਾਣੀ, ਤੇ ਫਿਰ ਝੋਲੀਆਂ ਖਾਲੀ ਰਹਿ ਜਾਂਦੀਆਂ। ਹਿਰਦੇ ਦੇ ਵਿੱਚ ਵਾਹਿਗੁਰੂ ਜੀ ਨੂੰ ਜਗ੍ਹਾ ਹੀ ਨਹੀਂ ਦਿੱਤੀ। ਵਾਹਿਗੁਰੂ ਜੀ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਅੰਦਰ ਨਿਮਰਤਾ ਚਾਹੀਦੀ ਹੈ, ਅੰਦਰ ਸਦਭਾਵਨਾ ਚਾਹੀਦੀ ਹੈ, ਪਿਆਰ ਚਾਹੀਦਾ ਹੈ। ਜਿਵੇਂ ਦੀ ਮਾਂ ਹੈ ਉਵੇਂ ਦੀ ਸੱਸ ਵੀ ਹੈ। ਭਾਵਨਾ ਐਸੀ ਬਣੇ ਫਿਰ ਗੱਲ ਬਣਦੀ। ਜਿਵੇਂ ਦੀ ਨੂੰਹ ਹੈ, ਜਿਵੇਂ ਦੀ ਧੀ ਹੈ, ਉਵੇਂ ਦੀ ਨੂੰਹ ਹੈ। ਇਹੋ ਜਿਹੀ ਭਾਵਨਾ ਜਿਸ ਦਿਨ ਬਣੇਗੀ ਨਾ, ਵਾਹਿਗੁਰੂ ਜੀ ਕਿਰਪਾ ਹੀ ਫਿਰ ਕਰਦੇ ਨੇ ਘਰ ਦੇ ਵਿੱਚ, ਬਰਕਤਾਂ ਹੀ ਫਿਰ ਪੈਂਦੀਆਂ ਨੇ। ਨਹੀਂ ਤੇ ਬਹੁਤੇ ਲੋਕ ਆਪੋ ਆਪਣੇ ਰਸਤੇ ਚੁਗੇ ਹੋਏ ਨੇ। ਜਾਣਾ ਗੁਰਦੁਆਰੇ ਹੈ। ਹੁਣ ਗੁਰਦੁਆਰੇ ਦਾ ਅਰਥ ਕੀ ਸੀ? ਗੁਰਦੁਆਰੇ ਹੋਏ ਸੋਝੀ ਪਾਏ ਸੀ। ਅਰਥ ਤੇ ਆ ਸੀ ਕਿ ਉਥੋਂ ਸੋਝੀ ਲੈਣ ਜਾਣਾ ਹੈ। ਇਸ ਤਰੀਕੇ ਦੇ ਨਾਲ ਜਿੱਦਣ ਇਹ ਹੰਸ ਬਣ ਗਿਆ ਨਾ, ਸਤਿਗੁਰੂ ਕਹਿੰਦੇ ਗੱਲ ਹੀ ਫੇਰ ਬਣਨੀ ਹੈ। ਨਹੀਂ ਤੇ ਤੂੰ ਲੱਖ ਵਾਰ ਗੁਰਦੁਆਰਾ ਸਾਹਿਬ ਜਾਈ ਜਾ, ਗੱਲ ਨਹੀਂ ਬਣ ਸਕਦੀ। ਜਿਵੇਂ ਕਿਸੇ ਨੇ, ਉਹ 3 ਜਾਣੇ ਸੀ ਨਾ, ਰਾਤ ਬੈਠ ਕੇ ਬੇੜੀ ਦੇ ਵਿੱਚ, ਤੇ ਸਾਰੀ ਰਾਤ ਚੱਪੂ ਮਾਰਦੇ ਰਹੇ, ਚੱਪੂ ਮਾਰਦੇ ਰਹੇ। ਦਿਨ ਚੜ੍ਹ ਆਇਆ। ਜਦੋਂ ਦਿਨ ਚੜ੍ਹ ਆਇਆ ਤੇ ਇੱਕ ਪੁੱਛਦਾ, ਸੱਜਣੋ ਕਿੱਥੇ ਕੁ ਪਹੁੰਚੇ ਆ? ਤੇ ਦੂਜਾ ਕਹਿਣ ਲੱਗਾ ਕਿਤੇ ਵੀ ਨਹੀਂ। ਕਹਿੰਦਾ ਕਿਉਂ? ਕਹਿੰਦਾ ਚੱਪੂ ਤੇ ਬਹੁਤ ਮਾਰੇ, ਮੈਂ ਤੇ ਥੱਕ ਗਿਆ, ਪਸੀਨਿਓ ਪਸੀਨੀ ਹੋਇਆ ਪਿਆ ਹੈ। ਤੁਸੀਂ ਕਹਿੰਦੇ ਕਿਤੇ ਵੀ ਨਹੀਂ ਪਹੁੰਚੇ, ਕਿਨਾਰਾ ਅਜੇ ਨਹੀਂ ਆਇਆ। ਕਹਿਣ ਲੱਗਾ ਜਿੱਥੇ ਰਾਤ ਖੜੇ ਸੀ ਉੱਥੇ ਹੀ ਅੱਜ ਖੜੇ ਆ, ਹੁਣ ਵੀ ਉੱਥੇ ਹੀ ਖੜੇ ਆ। ਕਿਉਂ? ਕਹਿੰਦਾ ਚੱਪੂ ਤੇ ਬਹੁਤ ਮਾਰੇ ਨੇ, ਪਰ ਜਿਹੜਾ ਬੇੜੀ ਦੇ ਨਾਲ ਰੱਸਾ ਬੱਧਾ ਸੀ ਉਹ ਤੇ ਖੋਲਿਆ ਹੀ ਨਹੀਂ। ਜਿਹੜਾ ਬੇੜੀ ਨੂੰ ਸੰਗਲ ਪਾ ਕੇ ਬੰਨਿਆ ਸੀ ਉਹ ਰਾਤ ਕਿਸੇ ਨੇ ਖੋਲਿਆ ਹੀ ਨਹੀਂ, ਚੱਪੂ ਤੇ ਮਾਰਦੇ ਰਹੇ। ਗੁਰਦੁਆਰਾ ਸਾਹਿਬ ਜਾਣ ਦੇ ਚੱਪੂ ਅਸੀਂ ਬੜੇ ਮਾਰਦੇ ਆ। ਜਿਹੜਾ ਮਨ ਬੱਧਾ ਹੋਇਆ ਹੈ ਨਾ ਈਰਖਾ ਦੇ ਨਾਲ, ਸਾੜੇ ਦੇ ਨਾਲ, ਉਹ ਕਿੱਲੇ ਵੱਲ ਪਾਇਆ ਹੋਇਆ, ਉਹ ਤੇ ਅਸੀਂ ਖੋਲਦੇ ਨੇ। ਚੱਪੂ ਗੁਰਦੁਆਰਾ ਸਾਹਿਬ ਜਾਣ ਦੇ, ਪਾਠ ਕਰਨ ਦੇ ਬੜੇ ਬੜੇ ਪਾਠ ਕਰ ਦਿੱਤੇ, ਚੱਪੂ ਬੜੇ ਮਾਰੇ, ਪਰ ਜਿਹੜਾ ਰੱਸਾ ਸੀ ਉਹ ਨਹੀਂ ਖੋਲਿਆ ਮਨ ਦਾ, ਉਹ ਖੋਲਣਾ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਚਲੇ ਸਾਰਿਆਂ ਜਾਣਾ, ਪਰਉਪਕਾਰ ਦੀ ਜ਼ਿੰਦਗੀ ਬਿਤਾ ਕੇ ਜਾ, ਤੇਰਾ ਆਉਣਾ ਜਿਹੜਾ ਇੱਥੇ ਸਫਲ ਹੋ ਜਾਵੇ। ਨਹੀਂ ਤੇ ਸੰਸਾਰ ਦੇ ਵਿੱਚ ਬੜੇ ਲੋਕ ਆਏ ਨੇ ਹੁਣ ਤੱਕ, ਕਿੰਨੇ ਲੋਕ ਐਸੇ ਨੇ, ਸ਼ੇਖ ਹਿਆਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੀਤੇ ਬੈਠ ਗਿਆ। ਜਿਹੜਾ ਘਰ ਅੱਜ ਸਾਡਾ ਹੈ, ਅੱਜ ਤੋਂ 100 ਸਾਲ ਪਹਿਲਾਂ ਕਿਸੇ ਹੋਰ ਦਾ ਸੀ, ਉਸ 100 ਸਾਲ ਤੋਂ ਪਹਿਲਾਂ ਲਾ ਲਓ ਕਿਸੇ ਹੋਰ ਦਾ ਸੀ, ਉਹ ਵੀ ਕਹਿੰਦੇ ਸੀ ਸਾਡਾ ਘਰ ਹੈ, ਮੇਰਾ ਘਰ ਹੈ, ਪਰ ਉਹਨਾਂ ਨੂੰ ਵੀ ਛੱਡ ਕੇ ਜਾਣਾ ਪਿਆ। ਅੱਜ ਅਸੀਂ ਕਹਿੰਦੇ ਪਏ ਆ ਇਹ ਸਾਡਾ ਘਰ ਹੈ, ਕੱਲ ਨੂੰ ਬੱਚਿਆਂ ਨੇ ਕਹਿਣਾ ਸਾਡਾ ਹੈ, ਤੁਰ ਸਭ ਨੇ ਜਾਣਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਅਸਾਂ ਵੀ ਉੱਥੇ ਜਾਣਾ। ਸਾਹਿਬ ਸੰਭਾਲੇ ਪੰਥ ਨਿਹਾਲੇ, ਉਹ ਪਵਿੱਤਰ ਸ਼ਬਦ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਸਰਵਣ ਕਰਨਾ ਚਾਹੀਦਾ। ਅਸਾਂ ਵੀ ਉੱਥੇ ਜਾਣਾ ਜਾਣਾ, ਅਸਾਂ ਵੀ ਉੱਥੇ ਜਾਣਾ, ਅਸਾਂ ਵੀ ਉੱਥੇ ਜਾਣਾ ਜਾਣਾ, ਅਸਾਂ ਵੀ ਉੱਥੇ ਜਾਣਾ, ਅਸਾਂ ਵੀ ਉੱਥੇ ਜਾਣਾ ਜਾਣਾ, ਅਸਾਂ ਵੀ ਉੱਥੇ ਜਾਣਾ। ਸਾਹਿਬ ਸੰਭਾਲੇ ਪੰਥ ਨਿਹਾਲੇ, ਸਾਹਿਬ ਸੰਭਾਲੇ
असा भी होते जाना जाना, असा भी होते जाना, असा भी होते जाना, असा भी होते जाना। आवो मिलो सहेलियो सजड़ा नाम लेहा, सजड़ा नाम लेहा। आवो मिलो सहेलियो सजड़ा नाम लेहा, सजड़ा नाम लेहा। रोवे बिरहा साहिब संभाले अंत निहाले, साहिब संभाले अंत निहाले। असा पियो ते जाना, असा पियो ते जाना, असा पियो ते जाना जाना, असा पियो ते जाना, असा पियो ते जाना जाना, असा पियो ते जाना। साहिब संभाले अंत निहाले, साहिब संभाले अंत निहाले। असा पियो ते जाना, असा पियो ते जाना, असा पियो ते जाना जाना, असा पियो ते जाना, असा पियो ते जाना, असा पियो ते जाना। जिसका किया कि नहीं लिया, वो हाथ से का आना। जिसका किया कि नहीं लिया, वो हाथ से का पाना, जो तिन कर पाया सुआगे आया। असी के हुक्म करे हा, असी के हुक्म करे हा। आवो मिलो सहेलियो सजड़ा नाम लेहा, सजड़ा नाम लेहा। साहिब संभाले अंत निहाले,
ਅਸਾਂ ਪਿਓ ਤੇ ਜਾੜਾ। ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪਿਓ ਤੇ ਜਾਣਾ। ਸਤਿਗੁਰੂ ਇਹੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਇਹ ਜੀਵ ਆਖਰ ਇੱਕ ਨਾ ਇੱਕ ਦਿਨ ਸਭ ਨੇ ਉੱਥੇ ਚਲੇ ਜਾਣਾ ਹੈ ਜਿੱਥੋਂ ਗਿਆ ਕੋਈ ਵਾਪਸ ਨਹੀਂ ਆਉਂਦਾ। ਇਸ ਕਰਕੇ ਸਮਝ ਰੱਖ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ। ਜ਼ਿੰਦਗੀ ਜਿਉਣ ਦਾ ਢੰਗ ਸਿੱਖ। ਗੁਰਬਾਣੀ ਕੀ ਸਿਖਾਉਂਦੀ ਹੈ? ਗੁਰਬਾਣੀ ਇਹੀ ਗੱਲ ਸਮਝਾਉਂਦੀ ਹੈ ਕਿ ਜ਼ਿੰਦਗੀ ਜਿਉਣ ਦਾ ਢੰਗ ਤੈਨੂੰ ਆ ਜਾਵੇ। ਇਹ ਨਾ ਹੋਵੇ ਤੂੰ ਪਸ਼ੂਆਂ ਵਾਂਗੂ ਜੀਵਨ ਬਤਾ ਕਰਕੇ ਜਾਵੇਂ ਤੇ ਤੇਰਾ ਜੀਵਨ ਜਿਹੜਾ ਹੈ ਨਾ ਉਹ ਪਸ਼ੂਆਂ ਦੀ ਤਰ੍ਹਾਂ ਲੰਘ ਜਾਵੇ ਤੇ ਅਗਲੇ ਜਨਮ ਵਿੱਚ ਹੀ ਤੈਨੂੰ ਪਸ਼ੂ ਦਾ ਹੀ ਜੀਵਨ ਮਿਲੇ, ਪਸ਼ੂ ਦਾ ਹੀ ਜਨਮ ਮਿਲੇ। ਇਸ ਕਰਕੇ ਹੁਣ ਤੋਂ ਹੀ ਆਪਣਾ ਜੀਵਨ ਜਿਹੜਾ ਹੈ ਇਨਸਾਨੀ ਤਰੀਕੇ ਨਾਲ ਗੁਜ਼ਾਰ, ਜਿਸ ਤਰ੍ਹਾਂ ਗੁਰਬਾਣੀ ਸਾਨੂੰ ਜੀਵਨ ਦੀ ਜਾਂਚ ਦੱਸਦੀ ਹੈ। ਹਿਰਦੇ ਵਿੱਚ ਨਿਮਰਤਾ ਰੱਖ, ਪ੍ਰੇਮ ਰੱਖ, ਝਗੜਿਆਂ ਤੋਂ ਦੂਰ ਰਹਿ, ਲੜਾਈਆਂ ਤੋਂ ਦੂਰ ਰਹਿ। ਜੇ ਇਹੋ ਜਿਹਾ ਜੀਵਨ ਗੁਜ਼ਾਰੇਗਾ ਤੇ ਬਰਕਤਾਂ ਤੇਰੇ ਘਰ ਵਿੱਚ ਆਪਣੇ ਆਪ ਹੋਣਗੀਆਂ। ਤੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਾਣਾ ਇੱਕ ਦਿਨ ਸਭ ਨੂੰ ਪੈਣਾ ਹੈ, ਪਰ ਜਾਣ ਤੋਂ ਪਹਿਲਾਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਕੇ ਜਾ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦੇ ਹੋਣ, ਚੰਗੇ ਲੱਗਦੇ ਹੋਣ। ਤੋ ਫਿਰ ਹੀ ਸਤਿਗੁਰੂ ਦੇ ਚਰਨਾਂ ਵਿੱਚ ਨਿਵਾਸ ਮਿਲ ਸਕਦਾ ਹੈ। ਤੋ ਇਵੇਂ ਦਾ ਹੀ ਜੀਵਨ ਸਰਦਾਰ ਗੁਰਚਰਨ ਸਿੰਘ ਹੋਰਾਂ ਦਾ ਹੈ। ਉਹਨਾਂ ਦੇ ਪਰਿਵਾਰ ਤੋਂ ਦੇਖ ਕੇ ਲੱਗਦਾ ਹੈ ਕਿ ਬਹੁਤ ਹੀ ਪਿਆਰ ਵਾਲਾ ਪਰਿਵਾਰ। ਵੀਰ ਭਾਈ ਹਰਦੀਪ ਸਿੰਘ ਜੀ, ਭਾਈ ਜਸਵੀਰ ਸਿੰਘ ਜੀ, ਉਹਨਾਂ ਦੇ ਅੱਗੇ ਬੱਚੇ, ਬਹੁਤ ਹੀ ਲਾਇਕ ਚੰਗਾ ਪਰਿਵਾਰ, ਜ਼ਿੰਦਗੀ ਵਿੱਚ ਚੰਗਿਆਈ ਨੂੰ ਕਮਾਇਆ ਹੈ। ਤੋ ਇਹੋ ਜਿਹਾ ਜੀਵਨ ਹੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਜਿਉਣ ਦੀ ਜਾਂਚ ਦੱਸਦੇ ਨੇ। ਤੋ ਬਹੁਤ ਹੀ ਚੰਗਾ ਪਰਿਵਾਰ ਹੈ ਜਿਨ੍ਹਾਂ ਨੇ ਅਦਬ ਸਹਿਤ ਦਾਸਰਿਆਂ ਨੂੰ ਹੁਕਮ ਲਾਇਆ ਸੀ। ਤੋ ਕੀਰਤਨ ਦੀ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦੀ ਵਿੱਚ ਬਿਠਾ ਕਰਕੇ ਲਈ ਹੈ। ਤੋ ਆਓ ਅੱਛਾ ਸੋ ਆਨੰਦ ਸਾਹਿਬ ਦੀ 6 ਪੌੜੀਆਂ ਦਾ ਜਾਪ ਕਰਕੇ ਉਪਰੰਤ ਅਰਦਾਸ ਬੇਨਤੀ ਵਿੱਚ ਸਾਰੇ ਸ਼ਾਮਲ ਹੋਵਾਂਗੇ। ਤੋ ਸਾਰੇ ਇਕਾਗਰਤਾ ਦੇ ਨਾਲ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਨੇ, ਇੱਥੇ ਵਿਰਾਜਮਾਨ ਨੇ, ਸਾਰਿਆਂ ਨੇ ਗੱਲਾਂ ਨਹੀਂ ਕਰਨੀਆਂ, ਸੰਕੋਚ ਕਰਨਾ ਹੈ। ਤੋ ਆਓ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕਰਕੇ ਉਪਰੰਤ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਵਾਂਗੇ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜਿਆ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ। ਸ਼ਬਦੋ ਤਾ ਗਾਵੋ ਹਰੀ ਕੇਰਾ ਮਨ ਜਿਨਨੇ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰ। ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇਵੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਏ। ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ
ਆਪ ਪੁਜਾਇਆ। ਸਦਾ ਕੁਰਬਾਨ ਕੀਤਾ ਗੁਰ ਵਿਠੋ ਜਿਸ ਤੇ ਆਏ ਵਡਿਆਇਆ। ਕਾਹੇ ਨਾਨਕ ਸੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਚਿਤ ਕਾਰ ਸੁਪਾਕੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਕਦ ਵਸ ਕੀਤੇ ਕਾਲ ਕੰਠ ਕੁਮਾਰ। ਕਰ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰਿ ਤੇ ਲਾਗੇ। ਕਹੇ ਨਾਨਕ ਤੈ ਸਕੋ ਆਪਤ ਕਰ ਅਨਹਦ। ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ। ਔਰ ਪਰਮ ਪ੍ਰਭ ਪਾਇਆ ਕਰੇ ਸਗਲ ਵਸੂਰੇ। ਦੂਤ ਲੋਕ ਸੰਤਾਪ ਕਰੇ ਸੋਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਸੰਤ ਨਾਨਕ ਗੁਰ ਚਰਨ ਲਾਗੀ ਬਾਜੇ ਅਨਹਦ ਧੂਰੇ। ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਕੋਇ ਦਾਈ ਦਾਇਆ ਕੇ ਲੈ ਸਗਲ ਜਗਤ। ਚੰਗਿਆਈਆਂ ਭਰਿਆ